ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਇੱਕ ਬੜਾ ਅਹਿਮ ਜਿਹੜਾ ਅੱਜ ਇੱਕ ਮੈਂ ਕਹੂੰਗਾ ਘਟਨਾ ਜਿਹੜੀ ਵਾਪਰੀ, ਫਾਦਰ ਸਟੇਨ ਸਵਾਮੀ ਹੋਰਾਂ ਦੀ ਮੌਤ ਹੋ ਗਈ ਜੇਲ੍ਹ ਦੇ ਵਿੱਚ। ਔਰ ਉਹ ਪਾਰਕਿੰਸਨ ਵਰਗੀ ਜਿਹੜੀ ਬਿਮਾਰੀ ਉਹਦੇ ਤੋਂ ਪੀੜਤ ਸਨ। ਲੰਬੇ ਸਮੇਂ ਤੋਂ ਉਹਨਾਂ ਨੂੰ UAPA ਲਾ ਕੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸੀ। ਇੱਥੋਂ ਤੱਕ ਕਿ ਉਹਨਾਂ ਨੂੰ ਜਿਹੜਾ ਕਰੋਨਾ ਵੈਕਸੀਨ ਤੱਕ ਨਹੀਂ ਲਾਇਆ ਗਿਆ। ਆਦੇ ਵਾਸੀਆਂ ਦੇ ਵਾਸਤੇ ਜੇ ਤੁਸੀਂ ਪੜ੍ਹੋਗੇ ਤਾਂ ਜਿੰਨਾ ਕੰਮ ਉਹਨਾਂ ਨੇ ਕੀਤਾ ਦੱਬੇ ਕੁਚਲੇ ਲੋਕਾਂ ਦੇ ਵਾਸਤੇ ਪੂਰੀ ਉਮਰ ਹੀ ਉਹਨਾਂ ਨੇ ਲਾ ਦਿੱਤੀ। ਉਹ ਇਹ ਕਹਿੰਦੇ ਰਹੇ ਕਿ ਜੇ ਮੇਰੇ ਇਹੀ ਹਾਲਾਤ ਰਹੇ ਤੇ ਮੈਂ ਬਹੁਤੀ ਦੇਰ ਜੀ ਨਹੀਂ ਸਕੂੰਗਾ। ਪਰ ਅਦਾਲਤਾਂ ਜਾਂ ਜਿਹੜੀ NIA ਸੀਗੀ, ਜਿਹੜੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਦਾ ਵਿਰੋਧ ਕਰਦੀ ਰਹੀ, ਉਹਨਾਂ ਦੀ ਜ਼ਮਾਨਤ ਦਾ, ਉਹ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ। ਔਰ ਇਹਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸੀਨੀਅਰ ਕੌਂਸਲ ਨੇ ਮੈਡਮ GK ਮਾਨ ਜੀ, ਉਹ ਸਾਡੇ ਨਾਲ ਮੌਜੂਦ ਰਹਿਣਗੇ। ਹਾਕਮ ਸਿੰਘ ਹੁਰੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਐਡਵੋਕੇਟ ਨੇ। ਧੰਨਵਾਦ ਜੀ ਤੁਹਾਡਾ ਦੋਨਾਂ ਦਾ, ਬਹੁਤ ਬਹੁਤ ਮਿਹਰਬਾਨੀ ਤੁਸੀਂ ਗੱਲਬਾਤ ਦੇ ਵਾਸਤੇ ਕੁਝ ਸਮਾਂ ਕੱਢਿਆ। ਮੈਡਮ ਮੈਂ ਤੁਹਾਡੇ ਤੋਂ ਜਿਹੜਾ ਉਹ ਸਟਾਰਟ ਕਰਨਾ ਚਾਹੁੰਦਾ, ਜਿਹੜਾ UAPA ਹੈ, ਕਿਉਂਕਿ ਹੁਣ ਇਹਦਾ ਚਰਚਾ ਬਹੁਤ ਹੋਣ ਲੱਗ ਗਿਆ, ਬਹੁਤ ਜ਼ਿਆਦਾ। ਔਰ ਕਿਉਂਕਿ ਜੇ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਅਦਾਲਤ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ ਉਹ ਕਥਿਤ ਦੋਸ਼ੀ ਆ, ਉਹ ਦੋਸ਼ੀ ਨਹੀਂ। ਪਰ ਜਿਹਦੇ ਤੇ UAPA ਲੱਗ ਜਾਂਦਾ ਉਹ ਦੋਸ਼ੀ ਆ ਜਿੰਨੀ ਦੇਰ ਤੱਕ ਅਦਾਲਤ ਉਹਨੂੰ ਬਰੀ ਨਹੀਂ ਕਰ ਦਿੰਦੀ। ਕੀ ਇਹ ਰਿਐਲਿਟੀ ਹੈ? ਜੀ ਸਰ, ਇਹਦੀ ਜਿਹੜਾ ਸੈਕਸ਼ਨ 45 ਹੈਗਾ ਉਹਦੀ ਉਹਦਾ 43D ਸਬ ਕਲਾਸ 5, ਉਹ ਜਿਹੜੀ ਆ ਉਹ ਜਿਹੜਾ ਯੂਪਾ ਜਿਹਨੂੰ ਕਹਿੰਦੇ ਹੈਗੇ ਆ ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ which is imposes a strict condition that person cannot be released, cannot be granted bail until and unless the whole trial is over, which is a strict and very harsh condition ਹੈ। ਇਹਦਾ ਟੋਟਲੀ ਮਿਸਯੂਜ਼ ਹੋ ਰਿਹਾ ਹੈ। ਹੁਣ ਜਿਹੜਾ ਇਹ ਕੋਰੇਗਾਂਵ ਜੇਲ੍ਹ 'ਚ ਇਹ ਸੀਗੇ ਸਵਾਮੀ ਜੀ ਅੰਦਰ ਸੀਗੇ, ਇਸ ਕੇਸ 'ਚ ਹਲੇ ਕੇਸ ਸੈਸ਼ਨ ਕੋਰਟ 'ਚ ਵੀ ਕਮਿਟ ਨਹੀਂ ਹੋਇਆ। ਐਂਡ ਉਹ ਮੇਰੇ ਖਿਆਲ ਉਹਨਾਂ ਦੀ ਅਕਤੂਬਰ 20 'ਚ ਅਰੈਸਟ ਹੋਈ ਹੈ। ਤੇ ਇਹਦੇ 'ਚ ਉਹ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ NIA, ਉਹ ਕਹਿ ਰਹੀ ਹੈ ਕਿ ਸਾਡੇ 200 ਵਿਟਨੈਸਿਸ ਹੈ ਤੇ ਇਹਨੂੰ ਤੇ ਨੈਕਸਟ 20 ਇਅਰਸ ਲੱਗ ਜਾਣੇ ਆ ਸਾਰਾ ਕੇਸ ਹੁੰਦਿਆਂ। ਤੇ ਜੇ ਬੰਦੇ ਨੂੰ ਤੁਸੀਂ ਵਿਦਆਊਟ ਟ੍ਰਾਇਲ, ਇਹ ਤੇ ਵੈਸੇ ਵੀ ਜਿਹੜਾ ਇਟ ਇਜ਼ ਵਾਇਲੇਟਿਵ ਆਫ ਆਵਰ ਸੈਕਸ਼ਨ 21, ਜਿਹੜਾ ਆਰਟੀਕਲ 21 ਹੈ ਕਨਸਟੀਟਿਊਸ਼ਨ ਦਾ, ਰਾਈਟ ਟੂ ਲਾਈਫ ਦੇ ਅਗੇਂਸਟ ਹੈਗਾ। ਤੇ ਹੁਣ ਇਹਦਾ ਜਿਹੜਾ ਮੇਨ ਉਹੀ ਹੈ ਸੈਕਸ਼ਨ 43(5)D ਹੈ, ਜਿਹੜਾ ਕਹਿੰਦਾ ਕਿ ਬੇਲ ਨਹੀਂ ਮਿਲਣੀ ਚਾਹੀਦੀ ਇਹਦੇ 'ਚ ਅਨਲੈਸ ਜਦ ਤੱਕ ਉਹ ਪ੍ਰੂਵ ਨਹੀਂ ਹੁੰਦਾ, ਤੇ which is totally violating of ਆਪਣੇ ਫੰਡਾਮੈਂਟਲ ਰਾਈਟਸ ਦਾ ਹੈਗਾ। ਤੇ ਆਪਣੇ ਕ੍ਰਿਮੀਨਲ ਲਾਅ ਜਸਟਿਸ 'ਚ ਵੀ ਉਹਦੇ 'ਚ ਵੀ presumption of innocence is more until we held guilty, ਤੇ ਉਹ ਸਾਰੇ ਇਹਦੇ ਅਗੇਂਸਟ ਹੈਗਾ। ਇਹ ਤੇ ਟੋਟਲੀ ਅਬਿਊਜ਼ ਵੀ ਹੋ ਰਿਹਾ ਹੈ ਤੇ ਲੋਕਾਂ ਨੂੰ ਜਿਹਨੂੰ ਮਰਜ਼ੀ ਅੰਦਰ ਪਾ ਦਿਓ ਵਿਦਆਊਟ ਟ੍ਰਾਇਲ, ਕੋਈ ਚਲਾਨ ਨਹੀਂ, ਕੋਈ ਕੁਛ ਨਹੀਂ। ਜਿਹੜੀਆਂ ਜ਼ਮਾਨਤਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਉਹਦੇ ਬਾਰੇ ਦੇ ਵਿੱਚ ਜੇ ਕੁਝ ਜਿਹੜਾ ਜਾਣੀਏ, ਜਿਹਦੇ ਵਿੱਚ JNU ਦੇ ਸਟੂਡੈਂਟ ਸੀਗੇ, ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟ ਸੀ, ਉਹਦੀ ਗੱਲ ਕਰੀਏ। ਮੈਂ ਹਾਕਮ ਸਿੰਘ ਜੀ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਿਹੜੇ ਫਾਦਰ ਸਟੇਨ ਸਵਾਮੀ ਸੀਗੇ, ਐਕਚੁਅਲੀ ਜਿਹੜੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਜੇ ਤੁਸੀਂ ਇਹ ਦੱਸ ਸਕੋ ਕਿ ਐਕਚੁਅਲੀ ਉਹ ਕੌਣ ਵਿਅਕਤੀ ਸੀ, ਕਿਉਂਕਿ ਅੱਜ ਲੋਕਾਂ ਨੇ ਪੜ੍ਹ ਲਿਆ ਅਖਬਾਰਾਂ ਦੇ ਵਿੱਚ, ਉਹਦਾ ਜ਼ਿਕਰ ਇੱਥੋਂ ਦੇ ਚੈਨਲਾਂ ਦੇ ਉੱਤੇ ਬਹੁਤਾ ਨਹੀਂ ਹੋ ਰਿਹਾ, ਦਬਾਇਆ ਜਾ ਰਿਹਾ ਉਹਨੂੰ। ਉਹ ਆਦੀਵਾਸੀਆਂ ਦੇ ਵਾਸਤੇ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਸੀ, ਕਿਸ ਤਰੀਕੇ ਦਾ ਉਹਨਾਂ ਨੇ ਜਿਹੜਾ ਕੰਮ ਕੀਤਾ ਔਰ ਕਿਉਂ ਉਹਨਾਂ ਤੋਂ ਡਰ ਲੱਗਦਾ ਸੀ ਸਰਕਾਰ ਨੂੰ? ਜਿਹੜੇ ਫਾਦਰ ਸਟੇਨ ਸਵਾਮੀ ਜੀ ਸਨ, ਇਹ ਕੇਰਲਾ ਦਾ ਇਹਨਾਂ ਦਾ ਜਨਮ ਸੀਗਾ ਔਰ ਇਹ ਅੱਜ ਤੋਂ 50 ਸਾਲ ਪਹਿਲਾਂ ਛੱਤੀਸਗੜ੍ਹ ਦੇ ਵਿੱਚ ਕੰਮ ਕਰਨ ਆਏ ਆਦੀਵਾਸੀਆਂ ਦੇ ਵਾਸਤੇ। ਉਸ ਤੋਂ ਪਹਿਲਾਂ ਇਹ ਜਮਸ਼ੇਦਪੁਰ ਦੇ ਵਿੱਚ ਜਿਹੜੇ ਖਾਦਿਆਨ ਹੈਗੇ ਨੇ ਉਹਨਾਂ ਦੇ ਇੱਕ ਰਿਸਰਚ ਦੇ ਵਾਸਤੇ ਆਏ ਸੀਗੇ। ਜਦੋਂ ਇਹਨਾਂ ਨੇ ਦੇਖਿਆ ਕਿ ਇਨਸਾਨੀਅਤ ਦੇ ਨਾਤੇ ਕਿ ਮੇਰੀ ਲੋੜ ਜਿਹੜੇ ਆਦੀਵਾਸੀਆਂ ਨੂੰ ਜ਼ਿਆਦਾ, ਤੇ ਇਹਨਾਂ ਨੇ 50 ਸਾਲਾਂ ਤੋਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਜਿਹੜਾ ਸਾਡਾ ਕੰਸਟੀਟਿਊਸ਼ਨ ਆਫ ਇੰਡੀਆ ਹੈ ਉਹਦਾ ਜਿਹੜਾ 5th ਸ਼ਡਿਊਲ ਜਿਹੜਾ ਹੈਗਾ ਉਹਦੇ ਵਿੱਚ 244 ਨੰਬਰ ਜਿਹੜਾ ਆਰਟੀਕਲ ਹੈ, ਜਿਹੜਾ ਆਦੀਵਾਸੀਆਂ ਨੂੰ ਲੈ ਕੇ ਹੈ ਕਿ ਉਹਨਾਂ ਨੂੰ ਜ਼ਮੀਨ ਦੇ ਉਹਨਾਂ ਨੂੰ ਟਾਈਟਲਸ ਜਿਹੜੇ ਆ ਨਾ ਉਹ ਮਿਲਣੇ ਚਾਹੀਦੇ ਨੇ, ਉਹਦੇ ਵਾਸਤੇ ਇਹਨਾਂ ਨੇ ਕੰਮ ਕੀਤਾ।
ਉਹਦੇ ਵਾਸਤੇ ਇਹਨਾਂ ਨੇ ਕੋਈ 30 ਲੱਖ ਦੇ ਨੇੜੇ ਜਿਹੜੀ ਐਪਲੀਕੇਸ਼ਨਸ ਫਾਈਲ ਕੀਤੀਆਂ, ਜਿੰਦੇ ਵਿੱਚੋਂ 14 ਲੱਖ ਜਿਹੜੇ 11 ਲੱਖ ਲੋਕਾਂ ਨੂੰ ਜਿਹੜਾ ਟਾਈਟਲ ਮਿਲ ਗਿਆ, ਉਹਨਾਂ ਨੂੰ ਉਹਨਾਂ ਦੇ ਨਾਮ ਤੇ ਜਿਹੜੀ ਜ਼ਮੀਨ ਮਿਲ ਗਈ, ਔਰ ਉਸ ਤੋਂ 14 ਲੱਖ ਜਿਹੜੀਆਂ ਐਪਲੀਕੇਸ਼ਨ ਨੇ ਉਹ ਡਿਸਮਿਸ ਹੋ ਗਈਆਂ। 5 ਲੱਖ ਦੇ ਕਰੀਬ ਜਿਹੜੀਆਂ ਐਪਲੀਕੇਸ਼ਨ ਨੇ ਉਹ ਇਹਨਾਂ ਦੀਆਂ ਹਾਲੇ ਵੀ ਪੈਂਡਿੰਗ ਪਈਆਂ ਨੇ। ਇੱਕ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਸੀਗੀ ਬੰਦ ਕੈਦੀਆਂ ਦਾ ਸੱਚ, ਜਿਹੜੀ ਬੰਦ ਕੈਦੀਆਂ ਦਾ ਸੱਚ ਕਿਤਾਬ ਸੀਗੀ, ਉਹਦੇ ਵਿੱਚ ਇਹਨਾਂ ਨੇ ਜਿੰਨੇ ਆਦੀਵਾਸੀ ਸਨ, ਇੱਕ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ ਵਾਂ ਕਿ ਇੱਕ ਆਦੀਵਾਸੀ ਗੌਰਵ ਸ਼ੈਨਾ ਨਾਮ ਦੇ ਸੀਗੇ, ਉਹਨਾਂ ਨੂੰ 3 ਸਾਲ ਤੱਕ ਜੇਲ੍ਹ ਦੇ ਵਿੱਚ ਬੰਦ ਰਹਿਣਾ ਪਿਆ, ਜਦੋਂ ਉਹਨਾਂ ਦੇ ਉੱਤੇ ਇਲਜ਼ਾਮ ਇਹ ਲਾਇਆ ਗਿਆ ਸਰਕਾਰ ਦੇ ਵੱਲੋਂ ਕਿ ਇਹਦੇ ਕੋਲ ਜਿਹੜਾ ਚੌਲ ਬਣਾਉਣ ਵਾਲਾ ਜਿਹੜਾ ਬਰਤਨ ਹੈ ਉਹ ਬਹੁਤ ਵੱਡੇ ਸਾਈਜ਼ ਦਾ ਇਹਦੇ ਕੋਲੋਂ ਬਰਾਮਦ ਹੋਇਆ, ਔਰ ਇਹਦੇ ਤਾਂ 3 ਬੱਚੇ ਨੇ ਔਰ ਇਹ 2 ਫੈਮਿਲੀ ਮੈਂਬਰ ਨੇ, ਇਹ 5 ਜਾਣੇ ਨੇ। 5 ਜਾਣਿਆਂ ਨੇ ਏਡੇ ਵੱਡੇ ਭਾਂਡੇ ਦਾ ਕੀ ਕਰਨਾ ਸੀ। ਜ਼ਰੂਰ ਇਹ ਨਕਸਲਵਾਦੀਆਂ ਨੂੰ ਜਿਹੜਾ ਹੈ ਨਾ ਭੋਜਨ ਸਪਲਾਈ ਦਾ ਕੰਮ ਜਿਹੜਾ ਉਹ ਕਰਦੇ ਨੇ, ਇਹ ਨਕਸਲਵਾਦੀਆਂ ਦੇ ਬੰਦੇ ਨੇ। 3 ਸਾਲ ਤੱਕ ਇੱਕ ਵੱਡਾ ਪਤੀਲਾ ਜਿਹੜਾ ਮਿਲਣ ਦੇ ਕਰਕੇ ਉਹ ਬੰਦੇ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ। ਏਦਾਂ ਹੀ ਜਿਹੜੀ ਇਹਨਾਂ ਦੀ ਇਹ ਗੱਲ ਦੱਸੀ ਕਿ 97% ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਆਦੀਵਾਸੀ ਬੰਦ ਨੇ, ਉਹਨਾਂ ਦੀ ਇਨਕਮ 5000 ਤੋਂ ਘੱਟ ਹੈ। ਸੋ ਜਿਹੜਾ 5000 ਤੋਂ ਘੱਟ ਇਨਕਮ ਵਾਲੇ ਲੋਕ ਨੇ, ਉਹ ਲੋਕ ਵਕੀਲ ਆਪਦਾ ਜਿਹੜਾ ਉਹਨੂੰ ਅਫੋਰਡ ਨਹੀਂ ਕਰ ਪਾਉਂਦੇ, ਸੋ ਉਹ ਬਿਨਾਂ ਗੱਲ ਤੋਂ ਹੀ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਨੇ। ਔਰ 98% ਇਹਨਾਂ ਨੇ ਵਿਦ ਲੌਜਿਕ ਉਹਦੇ ਵਿੱਚ ਗੱਲ ਕੀਤੀ ਕਿ ਜਿਹੜੇ ਫੇਕ ਕੇਸ ਲੋਕਾਂ ਦੇ ਅਗੇਂਸਟ ਜਿਹੜੇ ਰਜਿਸਟਰਡ ਹੋਏ ਨੇ, ਔਰ ਉਹ 2% ਹੀ ਜਿਹੜੇ ਲੋਕ ਦੋਸ਼ੀ ਪਾਏ ਜਾਂਦੇ ਨੇ। ਔਰ ਇਦਾਂ ਜਿਹੜੀ ਜ਼ਿੰਦਗੀ ਹੈ ਉਹਨਾਂ ਦੀਆਂ ਰੋਲ ਰਹੀਆਂ ਨੇ। ਇਸ ਚੀਜ਼ ਵਾਸਤੇ ਇਹ ਜਿਹੜੇ ਸ਼ੁਰੂ ਤੋਂ ਲੈ ਕੇ ਪਿਛਲੇ 50 ਸਾਲਾਂ ਤੋਂ ਜਿਹੜਾ ਕੰਮ ਕਰ ਰਹੇ ਸੀਗੇ, ਔਰ ਇਹਨਾਂ ਨੂੰ ਵੀ ਪਿੱਛੇ ਜਿਹੜਾ ਭੀਮਾ ਕੋਰੇਗਾਂਵ ਦੇ ਵਿੱਚ ਹਿੰਸਾ ਹੋਈ, ਪਹਿਲੋਂ ਦਲਿਤ ਰੈਲੀ ਨਿਕਲੀ, ਉਸ ਤੋਂ ਬਾਅਦ ਹਿੰਸਾ ਹੋਈ, ਔਰ ਜਿੰਦੇ ਵਿੱਚ ਇਹ ਆਰੋਪ ਲਾਏ ਗਏ ਕਿ ਇਹ ਲੋਕ ਜਿਹੜਾ ਤੁਸੀਂ ਦੇਖਿਆ ਕਿ ਇੱਕ ਸਾਡੀ ਬੜੀ ਦੁੱਖ ਵਾਲੀ ਗੱਲ ਹੈ ਸਾਡੀ ਅਦਾਲਤ ਦੀ ਕਿ ਉਹ ਬੰਦੇ ਨੂੰ ਪਾਣੀ ਦੇ ਵਾਸਤੇ ਜਦੋਂ ਸਿੱਪਰ ਲੈਣਾ ਸੀਗਾ, ਉਹਦੇ ਵਾਸਤੇ ਵੀ ਉਹਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਮੂਵ ਕਰਨੀ ਪਈ, ਔਰ ਉਹਨੂੰ ਪਾਣੀ ਦੇ ਵਾਸਤੇ ਸਿੱਪਰ ਲੈਣ ਵਾਸਤੇ ਵੀ ਜਿਹੜਾ 2 ਮਹੀਨੇ ਇਸ ਚੀਜ਼ ਦੇ ਉੱਤੇ ਲਗਾ ਦਿੱਤੇ ਗਏ ਕਿ ਇਹਨੂੰ ਕਦੋਂ ਇਹਨੂੰ ਜਿਹੜਾ ਸਿੱਪਰ ਮਿਲੇਗਾ। ਔਰ ਜਦੋਂ ਉਸ ਨੂੰ ਜੋ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਹਦੀ ਜਿਹੜੀ ਮੈਡੀਕਲ ਲੀਵ ਸੀ ਉਹ ਵੀ ਇੱਕ ਦਿਨ ਦੇ ਕਰਕੇ ਵੱਧ ਰਹੀ ਸੀਗੀ, ਔਰ 2 ਦਿਨਾਂ ਦੀ ਜਿਹੜੀ ਮੈਡੀਕਲ ਲੀਵ ਜਿਹੜੀ ਹੈ ਉਹਨੂੰ ਹਾਈ ਕੋਰਟ ਨੇ ਹੀ ਗ੍ਰਾਂਟ ਕੀਤੀ। ਔਰ ਇਦਾਂ ਦਾ ਫਿਰ ਉਸ ਤੋਂ ਬਾਅਦ ਜਿਹੜਾ 2018 ਦੇ ਵਿੱਚ ਇਹਨਾਂ ਨੂੰ ਜਿਹੜੀ ਇੱਕ ਉਸ FIR ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਜਿਹੜਾ ਉਹਨਾਂ ਨੇ ਜਾਨ ਦਾ ਹਮਲਾ ਕਹਿ ਕੇ ਔਰ ਹਿੰਦੁਸਤਾਨ ਸਰਕਾਰ ਦੇ ਖਿਲਾਫ ਇੱਕ ਯੁੱਧ ਛੇੜਨ ਦੀ ਰਣਨੀਤੀ ਦੇ ਤਹਿਤ ਇਹਨਾਂ ਲੋਕਾਂ ਨੂੰ ਕਰਕਰੇ ਰਾਵ ਹੋ ਗਏ, ਜਾਂ ਉਹਦੇ ਚ ਸੁਧਾ ਹੈਗੇ ਨੇ ਜਾਂ ਆਪਣੇ ਗੌਤਮ ਨੇ, ਇਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਕੀਤਾ ਗਿਆ। ਔਰ ਇਸ ਤਰੀਕੇ ਦੇ ਨਾਲ ਇਹ ਸ਼ੁਰੂ ਤੋਂ ਲੈ ਕੇ ਜਿਹੜੇ ਆਦੀਵਾਸੀ ਹੈ ਉਹਨਾਂ ਦੇ ਹਿਊਮਨ ਰਾਈਟਸ ਦੇ ਵਾਸਤੇ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਨੇ, ਜਾਂ ਜਿਹੜਾ ਫੋਰੈਸਟ ਐਕਟ 2006 ਹੈ ਉਹਨੂੰ ਇੰਪਲੀਮੈਂਟੇਸ਼ਨ ਵਾਸਤੇ ਇਹ ਕੰਮ ਸ਼ੁਰੂ ਤੋਂ ਲੈ ਕੇ ਕਰਦੇ ਆ ਰਹੇ ਨੇ। ਮੈਡਮ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਅੱਜ ਜਿਹੜਾ UN ਹਿਊਮਨ ਰਾਈਟਸ ਹੈ ਉਹਨਾਂ ਨੇ ਟਵੀਟ ਕੀਤਾ ਹੁਣ ਤੋਂ ਕੁਝ ਸਮਾਂ ਜਿਹੜਾ ਉਹ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਬੜੇ ਉਦਾਸ ਹਾਂ ਔਰ ਬੜੇ ਡਿਸਟਰਬ ਹੈ ਇਸ ਜਿਹੜੇ ਸਟੇਨ ਸਵਾਮੀ ਸੀ ਉਹਨਾਂ ਦੀ ਡੈਥ ਨੂੰ ਲੈ ਕੇ। ਔਰ ਉਹਨਾਂ ਨੇ ਜਿਹੜੀ ਅਗਲੀ ਗੱਲ ਕਹੀ ਆ, ਜਿਹੜੀ ਲਾਸਟ ਲਾਈਨਾਂ ਦੇ ਵਿੱਚ ਇਸ ਟਵੀਟ ਦੇ ਵਿੱਚ, ਉਹ ਕਹਿੰਦੇ ਆ ਕਿ ਵਿਦ COVID-19 ਇਟ ਇਜ਼ ਈਵਨ ਮੋਰ ਅਰਜੈਂਟ ਦੈਟ ਸਟੇਟ ਰਿਲੀਜ਼ ਐਵਰੀ ਪਰਸਨ ਡਿਟੇਨ ਵਿਦਾਊਟ ਸਫੀਸ਼ੀਐਂਟ ਲੀਗਲ ਬੇਸਿਸ। ਇਹ ਬੜੀ ਵੱਡੀ ਗੱਲ ਹੈ। UN ਹਿਊਮਨ ਰਾਈਟ ਜਿਹੜਾ ਉਹ ਟਵੀਟ ਇਸ ਮਾਮਲੇ ਦੇ ਉੱਤੇ ਕਰਦਾ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ JNU ਦੇ ਕੁਝ ਸਟੂਡੈਂਟ ਸੀ, ਉਹਦੇ ਵਿੱਚ ਇੱਕ ਜਾਮੀਆ ਮਿਲੀਆ ਇਸਲਾਮੀਆ ਦਾ ਸਟੂਡੈਂਟ ਸੀ, ਜਦੋਂ ਉਹਨਾਂ ਨੂੰ ਜਿਹੜੀ ਬੇਲ ਦਿੱਤੀ ਗਈ ਆ UAPA ਦੇ ਵਿੱਚ, ਉਹ ਬਹੁਤ ਲੰਬਾ ਚੌੜਾ ਜਿਹੜਾ ਉਹਦੇ ਵਿੱਚ ਜੱਜ ਸਾਹਿਬ ਨੇ ਲਿਖਿਆ। ਔਰ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਦਿੱਲੀ ਪੁਲਿਸ ਚਲੇਗੀ ਤੇ ਸੁਪਰੀਮ ਕੋਰਟ ਇਹ ਕਹਿੰਦੀ ਆ ਕਿ ਇਹਨੂੰ ਬਾਕੀ ਹੋਰ ਜਿਹੜੀਆਂ ਬੇਲ ਐਪਲੀਕੇਸ਼ਨਸ ਨੇ ਉੱਥੇ ਇਹਨੂੰ ਯੂਜ਼ ਨਾ ਕੀਤਾ ਜਾਵੇ। ਕੀ ਇਹ ਪੋਸੀਬਲ ਇੱਦਾਂ ਹੋ ਸਕਦਾ ਕਿ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਜੋ ਕੁਝ ਲਿਖਤਾ UAPA ਦੇ ਬਾਰੇ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ, ਜੇ ਕਿਸੇ ਨੂੰ ਹੋਰ ਬੇਲ ਲਾਉਣੀ ਹੈ UAPA ਦੇ ਵਿੱਚ ਤੇ ਉੱਥੇ ਇਹ ਕੰਸੀਡਰ ਨਹੀਂ ਕੀਤੀਆਂ ਜਾਣਗੀਆਂ ਇਹ ਜਿਹੜਾ ਆਰਡਰ ਹੈ? ਨਹੀਂ, ਏਦਾਂ ਨਹੀਂ ਹੈ ਜੀ ਉਹਨਾਂ ਨੇ ਕਿਹਾ ਏਦਾਂ, ਪਰ ਇਹ ਹਰ ਕੇਸ ਦਾ ਫੈਕਟਸ ਡਿਫਰੈਂਟ ਹੁੰਦੇ ਆ, ਡਿਪੈਂਡ ਅਪਨ ਕੇਸ ਟੂ ਕੇਸ। ਤੇ ਹੁਣੀ ਅੱਗੇ ਜਸਟਿਸ NV ਰਮਾਨਾ ਨੇ ਵੀ ਕੇਰਲਾ ਹਾਈ ਕੋਰਟ ਦਾ ਫੈਸਲਾ ਅਪਹੈਲਡ ਕੀਤਾ, ਜਿਹਦੇ ਚ ਕੇ ਨਜੀਬ ਨੂੰ ਬੇਲ ਦੇਤੀ ਸੀ ਕੇਰਲਾ ਹਾਈ ਕੋਰਟ ਨੇ। ਉਹ ਵੀ ਜਿਹੜਾ ਸੀਗਾ ਉਹ ਕਿਸੇ ਪਪੂਲਰ ਫਰੰਟ ਆਫ ਇੰਡੀਆ ਦਾ ਆਰਗੇਨਾਈਜੇਸ਼ਨ ਦਾ ਮੈਂਬਰ ਸੀ। ਹੀ ਵਾਸ ਆਲਸੋ ਇਨ ਜੇਲ ਅੰਡਰ ਯੂਪਾ।
ਤੇ ਸੁਪਰੀਮ ਕੋਰਟ ਨੇ ਉਹ ਅਪਹੈਲਡ ਕੀਤਾ ਫੈਸਲਾ, ਤੇ ਜਿਹੜਾ ਦਿੱਲੀ ਕੋਰਟਸ ਨੇ ਵੀ ਹੁਣ ਕੀਤਾ, ਦੈਟ ਇਜ਼ ਅ ਵੈਰੀ ਬੋਲਡ ਡਿਸੀਜਨ, ਕਿਉਂਕਿ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਕਿੱਦਾਂ ਮਿਸਯੂਜ਼ ਹੋ ਰਿਹਾ ਹੈ। ਤੇ ਇਟ ਇਜ਼ ਆਲਰੇਡੀ, ਤੇ ਜਿਹੜਾ ਜਸਟਿਸ ਰੁਮਾਨਾ ਨੇ ਆਪਣੀ ਜਜਮੈਂਟ ਵਿੱਚ ਕਿਹਾ ਹੈ ਕਿ ਜੇ ਕਿਸੇ ਦੀ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਨੇ ਇਰਰਿਸਪੈਕਟਿਵ ਆਫ ਦਾ ਕੰਡੀਸ਼ਨਸ ਆਫ ਦਾ ਐਕਟ, ਉਹਦੀ ਨਜੀਬ ਦੀ ਬੇਲ ਦੇ ਵਿੱਚ, ਤੇ ਜਿਹੜੀ ਆ ਵੀ ਆਰ ਨਾਟ ਪਾਵਰਲੈਸ under 226 or 132 ਜਿਹੜਾ ਸੁਪਰੀਮ ਕੋਰਟ ਚ under 142 they can grant bail। ਸੋ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹ ਇਹਨੂੰ ਨਾ ਲਿਆ ਜਾਵੇ। ਸੁਪਰੀਮ ਜਸਟਿਸ ਜਿਹੜੇ ਇਹ ਜਸਟਿਸ ਰੁਮਾਨਾ ਸੀ ਸੁਪਰੀਮ ਕੋਰਟ, ਨਾਓ ਹੀ ਇਜ਼ ਦ ਚੀਫ ਜਸਟਿਸ ਆਫ ਇੰਡੀਆ, ਹੀ ਸੈਡ ਕਿ ਜੇ ਕਿਸੇ ਦੀ ਕੋਈ ਵਾਇਲੇਸ਼ਨ ਹੈ ਫੰਡਾਮੈਂਟਲ ਰਾਈਟਸ ਦੀ, ਤੇ ਦੇ ਕੈਨ ਗ੍ਰਾਂਟ ਬੇਲ irrespective of any this ਯੂਪਾ ਦਾ ਜਿਹੜਾ ਸੈਕਸ਼ਨ 43 ਹੈ ਵੀ ਉਹਦੇ ਚ ਇਹ ਹੈਗਾ ਕਿ ਇਹਦੇ ਚ ਤੁਸੀਂ ਬੇਲ ਨਹੀਂ ਦੇ ਸਕਦੇ ਇਹਨਾਂ ਦਾ ਟ੍ਰਾਇਲ ਤੋਂ ਬਗੈਰ, ਦੇ ਆਰ ਪ੍ਰਾਈਮਾ ਫੇਸ਼ੀ ਗਿਲਟੀ। ਹਲੇ ਟ੍ਰਾਇਲ ਸ਼ੁਰੂ ਨਹੀਂ ਹੋਇਆ ਤੇ ਉਹ ਜਿਹੜਾ ਸੈਕਸ਼ਨ ਹੈ ਉਹ ਹੋਲਡ ਕਰਦਾ ਕਿ ਯੂ ਆਰ ਪ੍ਰਾਈਮਾ ਫੇਸ਼ੀ ਗਿਲਟੀ। ਸੋ ਇਟ ਇਜ਼ ਟੋਟਲੀ ਅਨਕਾਲਡ ਫॉर। ਇਦਾਂ ਦਾ ਤੇ ਕਦੀ ਸੁਣਿਆ ਨਹੀਂ, ਟਾਡਾ ਚ ਵੀ ਬੇਲ ਨਹੀਂ ਸੀ ਮਿਲਦੀ, ਜੱਜਿਸ ਨੇ ਦਿੱਤੀ ਸਭ ਨੂੰ ਬੇਲ। ਜੀ ਬਿਲਕੁਲ। ਔਰ ਹਾਕਮ ਸਿੰਘ ਜੀ, ਜਿਹੜਾ ਇੱਕ ਕੇਸ ਪਿਛਲੇ ਦਿਨਾਂ ਦੇ ਵਿੱਚ ਅਖਿਲ ਗੋਗੋਈ ਉਹ ਵਿਧਾਇਕ ਬਣ ਗਏ ਅਸਾਮ ਤੋਂ, ਇੰਡੀਪੈਂਡੈਂਟ ਜੇਲ੍ਹ 'ਚ ਬੈਠੇ ਬੈਠੇ, ਉਹ ਵੀ UAPA ਦੇ ਤਹਿਤ ਅੰਦਰ ਸੀਗੇ ਔਰ ਉਹ ਬਰੀ ਹੋਏ ਨੇ ਅਦਾਲਤ ਦੇ ਵਿੱਚੋਂ। ਜਿਹੜੀ ਉਹ ਜੱਜਮੈਂਟ ਹੈ ਉਹ ਵੀ ਇੰਟਰਸਟਿੰਗਲੀ, ਉਹਦੇ ਵਿੱਚ ਵੀ ਜਿਹੜੇ ਜੱਜ ਸਾਹਿਬ ਨੇ ਇਹ ਗੱਲ ਲਿਖੀ ਹੈ ਵੀ ਜਿਹੜੇ ਮਹਿਜ਼ ਕਿਸੇ ਚੀਜ਼ ਦਾ ਵਿਰੋਧ ਕਰ ਦੇਣਾ, ਸੜਕ ਰੋਕ ਲੈਣੀ, ਨਾਅਰੇਬਾਜ਼ੀ ਕਰ ਦੇਣੀ, ਉਹ ਦੇਸ਼ ਧਰੋਹੀ ਦੇ ਵਿੱਚ ਨਹੀਂ ਜਿਹੜਾ ਆਉਂਦਾ। ਤੁਹਾਨੂੰ ਲੱਗਦਾ ਕਿ ਜਿਹੜੇ ਇਹ ਕੇਸਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਅੱਜ ਅੰਦਰ ਜਿਹੜੇ ਦਿੱਤੇ ਹੋਏ ਆ, ਜਿਵੇਂ UN ਦੇ ਜਿਹੜੇ ਹਿਊਮਨ ਰਾਈਟਸ ਦੀ ਤੁਹਾਨੂੰ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਅਸਰ ਸਰਕਾਰਾਂ ਦੇ ਉੱਤੇ ਜਾਂ ਪੁਲਿਸ ਦੇ ਉੱਤੇ ਪਊਗਾ ਕੋਈ? ਨਹੀਂ, ਇਹ ਅਗਰ ਇਹਦੀ ਬਿਲਕੁਲ ਆਪਾਂ ਜਿਹੜਾ ਸਟਾਰਟਿੰਗ ਦੇਖੀਏ, ਇਦਾਂ ਦੇ ਜਿਹੜੇ ਸਾਰੇ ਕੇਸ ਨੇ ਉਹ NIA ਦੇ ਵੱਲੋਂ ਕੀਤੇ ਜਾਂਦੇ ਨੇ। ਔਰ ਜਿਹੜੀ ਇਹ ਸੈਂਟਰ ਦੀ ਏਜੰਸੀ ਹੈ, ਇਹ ਕਿਤੇ ਵੀ ਜਾ ਕੇ ਕਿਸੇ ਬੰਦੇ ਦੀ ਗ੍ਰਿਫਤਾਰੀ ਕਿਸੇ ਵੀ ਸਟੇਟ ਦੇ ਵਿੱਚੋਂ ਕਰ ਸਕਦੀ ਹੈ। ਔਰ ਇਹ ਕਿਤੇ ਨਾ ਕਿਤੇ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਟਾਰਗੇਟ ਹੁੰਦੀ ਹੈ। ਔਰ ਇਹ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਦੀ ਪਾਵਰ ਨੂੰ ਯੂਜ਼ ਕਰਨ ਦੇ ਵਾਸਤੇ ਇਸ ਏਜੰਸੀ ਨੂੰ ਕਹਿ ਦਿੰਦੀ ਹੈ, ਇਸ਼ਾਰਾ ਕਰ ਦਿੰਦੀ ਹੈ, ਔਰ ਜਿਹੜੀ ਏਜੰਸੀ ਹੈ ਉਹ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ, ਚਾਹੇ ਕਿਸੇ ਵੀ ਸਟੇਟ ਦੇ ਰਹਿਣ ਵਾਲੇ ਹੋਣ। ਔਰ ਜਿਹੜੀ ਤੁਸੀਂ ਗਗੋਈ ਜੀ ਦਾ ਜ਼ਿਕਰ ਕੀਤਾ, ਉਹਦੇ ਵਿੱਚ NIA ਨੇ ਹੁਣ ਤੱਕ ਉਹਨਾਂ ਦੇ ਖਿਲਾਫ ਕੋਈ ਵੀ ਸਫੀਸ਼ੀਐਂਟ ਐਵੀਡੈਂਸ ਹੀ ਕੋਰਟ ਦੇ ਵਿੱਚ ਪ੍ਰੋਡਿਊਸ ਨਹੀਂ ਕਰ ਪਾਏ ਜਿਹੜੇ ਉਹਨਾਂ ਦੇ ਉੱਤੇ ਉਹਨਾਂ ਨੇ ਆਰੋਪ ਲਗਾਏ ਸੀਗੇ। ਸੋ ਇਹ NIA ਦਾ ਕੰਮ ਕੀ ਹੁੰਦਾ, ਜਿਵੇਂ ਹੁਣ ਪਿੱਛੇ ਜੇ ਵੀ ਤੁਸੀਂ ਦੇਖਿਆ ਸਾਰੇ ਲੋਕਾਂ ਨੂੰ ਨੋਟਿਸ ਆਏ, ਈਵਨ ਤੁਹਾਨੂੰ ਵੀ ਨੋਟਿਸ ਆਇਆ। ਇਹਨਾਂ ਦਾ ਕੰਮ ਕੀ ਹੈ ਕਿ ਇੱਕ ਵਾਰ ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲਓ ਜਾਂ ਉਹਨੂੰ ਨੋਟਿਸ ਭੇਜ ਦਿਓ, ਚਾਹੇ ਉਹ ਕਿਸੇ ਵੀ ਦੇਸ਼ ਕਿਸੇ ਕੋਨੇ ਦੇ ਵਿੱਚ ਬੈਠਾ ਹੋਵੇ। ਜਦੋਂ ਆਪਣਾ UAPA ਕਾਨੂੰਨ ਆ ਰਿਹਾ ਸੀਗਾ, ਉਦੋਂ ਕਪਿਲ ਸਿੱਬਲ ਨੇ ਜਦੋਂ ਲੋਕ ਸਭਾ ਦੇ ਵਿੱਚ ਇਹਦੇ ਉੱਤੇ 0 ਆਵਰਸ ਦੇ ਵਿੱਚ ਜਦੋਂ ਆਰਗੂਮੈਂਟਸ ਕੀਤੇ ਸਨ, ਉਦੋਂ ਵੀ ਇਹਨਾਂ ਨੇ ਗੱਲ ਕਹੀ ਸੀਗੀ ਕਿ ਘੱਟੋ ਘੱਟ ਜਿਹੜੀ ਸਟੇਟ ਹੈ ਉਹਦੀ ਇਨਵੋਲਵਮੈਂਟ ਇੰਨੀ ਕੁ ਜ਼ਰੂਰ ਰੱਖੋ ਕਿ ਉਹ ਵੀ ਡਿਸਾਈਡ ਕਰ ਸਕੇ ਕਿ ਤੁਸੀਂ ਕਿਸੇ ਬੰਦੇ ਨੂੰ ਸਾਡੇ ਸਟੇਟ 'ਚੋਂ ਅਰੈਸਟ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਕਿ ਅਦਰਵਾਈਜ਼ ਇਹਦਾ ਮਿਸਯੂਜ਼ ਹੋਏਗਾ। ਸੋ ਇਹ ਚੀਜ਼ਾਂ ਹੁਣ ਤੁਸੀਂ ਦੇਖਿਆ UAPA ਤੋਂ ਬਾਅਦ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਕਿ ਇਹ ਜਿਹੜੀ ਸੈਂਟਰ ਸਰਕਾਰ ਹੈ ਉਹ ਆਪਦੀ ਇੱਕ ਤਰੀਕੇ ਨਾਲ ਆਪਦੇ ਹੱਥ ਠੋਕੇ ਵਾਸਤੇ ਜਿਹੜੇ ਇਦਾਂ ਦੇ ਕਾਨੂੰਨ ਔਰ ਜਿਹੜੀਆਂ ਇਦਾਂ ਦੀਆਂ ਏਜੰਸੀਆਂ ਉਹਨਾਂ ਨੂੰ ਵਰਤੋਂ ਕਰਕੇ ਜਿਹੜੇ ਆਮ ਸਿਟੀਜ਼ਨ ਨੇ ਜਾਂ ਜਿਹੜੇ ਲੋਕ ਨੇ ਜਿਹੜੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਉਣ ਦਾ ਕੰਮ ਕਰ ਰਹੀ ਹੈ। ਮੈਡਮ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਿਹੜੇ ਖਾਸ ਤੌਰ ਦੇ ਉੱਤੇ ਜਿਹੜਾ ਯੰਗ ਤਬਕਾ, ਇੱਕ ਤਾਂ ਇਹ ਤੁਸੀਂ ਦੇਖੋ 84 ਇਅਰਸ ਦੇ ਸੀਗੇ, ਉਹਨਾਂ ਨੂੰ ਜਿਹੜਾ ਅੰਦਰ ਦਿੱਤਾ ਹੈ। ਇੱਕ ਪਾਸੇ ਉਹ ਸਟੂਡੈਂਟ ਨੇ JNU ਵਾਲੇ ਹੋ ਗਏ, ਚਾਹੇ ਜਾਮੀਆ ਮਿਲੀਆ ਵਾਲੇ ਹੋ ਗਏ, ਅਖਿਲ ਗੋਗੋਈ ਉਹ ਵੀ ਯੰਗ ਦੇ ਵਿੱਚ ਜਿਹੜਾ ਆ ਜਾਂਦਾ। ਮਤਲਬ ਕਿ ਜਿਹੜਾ ਉਹ ਟਾਰਗੇਟ ਹੈ ਉਹ ਹਰ ਕੋਈ ਬਣ ਰਿਹਾ ਵੀ ਕੋਈ ਵੀ ਜਿਹੜਾ ਬੋਲੂਗਾ ਉਹਨੂੰ ਇਸ ਕਾਨੂੰਨ ਦੇ ਤਹਿਤ ਜਿਹੜਾ ਉਹ ਲੈ ਲਿਆ ਜਾਊਗਾ। ਜਾਂ ਜਿੰਨੇ ਇਹ ਫੈਸਲੇ ਆਏ ਨੇ ਪਿਛਲੇ ਦਿਨਾਂ ਦੇ ਦੌਰਾਨ, ਚਾਹੇ ਉਹ ਬੇਲ ਜਿਹੜੀਆਂ ਹੋਈਆਂ ਨੇ, ਚਾਹੇ ਬਰੀ ਹੋਏ ਨੇ ਅਖਿਲ ਗੋਗੋਈ, ਇਹ ਕਿਤੇ ਨਾ ਕਿਤੇ ਠੱਲ ਪਊਗੀ ਜੀ ਇਹਨਾਂ ਕੇਸਾਂ ਨੂੰ, ਤੁਹਾਨੂੰ ਲੱਗਦਾ? ਬਿਲਕੁਲ ਪਏਗੀ ਜੀ। ਦੇਖੋ ਹੁਣ ਦਿੱਲੀ ਹਾਈ ਕੋਰਟ ਨੇ ਤੇ ਆਪਣੇ ਜਿਹੜੇ ਕਿਸਾਨ ਵਾਲੇ ਸੀਗੇ ਅੰਦੋਲਨ ਵਾਲੇ, ਉਹਨਾਂ ਤੇ ਵੀ ਲਗਾ ਦਿੱਤਾ ਹੈ ਕਿ ਅਨਲੌਫੁਲ ਐਕਟੀਵਿਟੀਜ਼ ਐਕਟ ਪਾ ਕੇ, ਦੇ ਹੈਵ ਟੇਕਨ ਅ ਡਿਸੀਜਨ, ਬੋਲਡ ਡਿਸੀਜਨ ਹੁਣ ਕੋਰਟਸ ਨੇ ਲੈਣਾ ਸ਼ੁਰੂ ਕੀਤਾ ਹੈ। ਬੰਬੇ ਹਾਈ ਕੋਰਟ ਨੇ ਵੀ ਦੇਖੋ ਜਿਹੜਾ ਇਸੇ ਕੇਸ 'ਚ ਇੱਕੋ ਵਰਵਰਾ ਰਾਓ ਸੀਗਾ, ਉਹਨੂੰ ਬੇਲ ਗ੍ਰਾਂਟ ਕੀਤੀ ਹੈ। ਉਹਦੇ ਤੇ ਕੰਡੀਸ਼ਨ ਲਾਤੀ ਸੀ ਕਿ ਉਹ ਮੇਰੇ ਖਿਆਲ ਤੇਲੰਗਾਨਾ ਔਰ ਤਾਮਿਲਨਾਡੂ ਕਿੱਥੇ ਬਿਲੋਂਗ ਕਰਦਾ। ਜੀ ਜੀ ਜੀ। ਸੋ ਮੇਰਾ ਖਿਆਲ ਉਹਨਾਂ ਦੇ ਨਾਲ ਜਿਹੜਾ ਕਨੈਕਸ਼ਨ ਟੁੱਟ ਗਿਆ ਹੈ। ਹਾਂਜੀ ਹਾਕਮ ਸਿੰਘ ਜੀ,
ਆਪਾਂ ਗੱਲਬਾਤ ਜਿਹੜੀ ਆਗੇ He cannot leave Bombay, ਹਾਂਜੀ ਜੀ 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 ਉਹ ਕੁਝ ਕੰਡੀਸ਼ਨ ਦੇ ਤਹਿਤ ਉਹਨੂੰ ਜਿਹੜੀ ਉਹ ਬੇਲ ਦੇ ਦਿੱਤੀ ਸੀਗੀ ਉਹਨਾਂ ਨੇ ਇਸੇ ਕੇਸ ਚ ਦਿੱਤੀ ਹੈ ਤੇ ਮੈਨੂੰ ਤੇ ਲੱਗਦਾ ਹੈ ਇਹਦੀ ਤੇ ਉਹਨੂੰ ਟ੍ਰਾਇਲ ਕੋਰਟ ਨੂੰ ਹੀ ਬੇਲ ਦੇਣੀ ਚਾਹੀਦੀ ਸੀਗੀ। ਹੀ ਵਾਸ ਸਫਰਿੰਗ ਫਰੋਮ ਪਾਰਕਿੰਸਨਸ, ਜਿਹੜਾ ਬੰਦਾ ਤੁਰ ਨਹੀਂ ਸਕਦਾ, ਚਾਹ ਦਾ ਕੱਪ ਨਹੀਂ ਫੜ ਸਕਦਾ ਹੱਥ 'ਚ, ਤੇ ਦੈਟ ਇਜ਼ ਵੈਰੀ ਅਨਫੋਰਚੂਨੇਟ ਵੀ ਇਹ ਕੋਰਟਸ ਜਿਹੜੀਆਂ ਨੇ ਕਈ ਵਾਰ ਇੰਨਾ ਕਰ ਜਾਂਦੀਆਂ ਨੇ। ਪਰ ਇਹ ਜਿਹੜਾ ਇਹ ਕੋਈ ਏਜ ਊਜ ਕੋਈ ਨਹੀਂ ਦੇਖਦੇ, ਹੂਸੋਐਵਰ ਕੋਈ ਵੀ ਮਾੜੀ ਜੀ ਵੀ ਗੱਲ ਕਰਦਾ ਸਰਕਾਰ ਦੇ, ਪਹਿਲੀ ਵਾਰੀ ਹੋ ਰਿਹਾ ਹੁਣ ਇਸ ਟਰਮ ਚ ਜਿਹੜੀ ਗਵਰਨਮੈਂਟ ਦੀ, ਕਿ ਕੋਈ ਵੀ ਥੋੜਾ ਜਿਹਾ ਰਜਿਸਟ ਕਰਦਾ ਹੈ ਤੇ ਉਹਦੇ ਤੇ ਹੀ ਉੱਪਰ ਲਾ ਦੋ ਤੇ ਸੁੱਟ ਦੋ ਉਹਨੂੰ ਅੰਦਰ, ਆਪੇ ਬਾਅਦ ਚ ਦੇਖੀ ਜਾਏਗੀ ਕੀ ਹੁੰਦਾ ਹੈ। ਸੋ ਜੀ ਕੋਰਟਸ ਬਣਾ ਰਹੀਆਂ ਨੇ ਰੈਸਕਿਊ ਤੇ ਅਕਿਊਜ਼ ਦੇ ਵੀ, ਦਿਸ ਇਜ਼ ਰੋਂਗ, ਇਟ ਇਜ਼ ਵਾਇਓਲੇਸ਼ਨ ਆਫ ਫੰਡਾਮੈਂਟਲ ਰਾਈਟਸ। ਤੁਸੀਂ ਮੈਡਮ ਬਹੁਤ ਸੀਨੀਅਰ ਦੇ ਵਿੱਚੋਂ ਜਿਹੜਾ ਆਉਂਦੇ ਹੋ, ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਬੜਾ ਚਰਚਾ ਚੱਲਦਾ ਰਿਹਾ ਕਿ ਜਿਹੜੀਆਂ ਕੋਰਟ ਨੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਫੈਸਲੇ ਨੇ ਉਹ ਇਦਾਂ ਦੇ ਆ ਰਹੇ ਆ ਜਿਹੜੇ ਪੋਲੀਟੀਕਲੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਤੇ ਲੱਗਦਾ ਕਿ ਅਸਰ ਹੈ। ਪਰ ਅੱਜ ਜੋ ਪਿਛਲੇ ਦਿਨਾਂ ਤੋਂ ਸੁਪਰੀਮ ਕੋਰਟ ਦੇ ਕੁਝ ਫੈਸਲੇ ਆਏ ਨੇ, ਚਾਹੇ ਉਹ ਕੋਵਿਡ ਦੇ ਨਾਲ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਬਾਰੇ ਦੇ ਵਿੱਚ ਹੋਵੇ, ਮੁਆਵਜ਼ਾ ਦੇਣ ਵਾਲਾ ਹੋਵੇ, ਜਾਂ ਜਿਹੜੀਆਂ ਆਹ ਰਿਲੈਕਸੇਸ਼ਨ ਜਿਹੜੀ ਮਿਲੀ ਆ, ਬੇਲ ਮਿਲੀਆਂ ਨੇ ਜਾਂ ਕੁਝ ਬਰੀ ਹੋਇਆ, ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਫਿਰ ਅਦਾਲਤਾਂ ਦੇ ਵਿੱਚ ਜਿਹੜਾ ਵਾਪਸ ਆਊਗਾ? ਹਾਂਜੀ, ਅਦਾਲਤਾਂ 'ਚ ਤੇ ਥੋੜਾ ਫॉर द ਟਾਈਮ ਬਿੰਗ ਜਦੋਂ ਸਰਕਾਰ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਸਾਰੇ ਹੀ ਡਰ ਜਾਂਦੇ ਆ, ਜੱਜਿਸ ਵੀ ਦੇ ਆਰ ਆਲਸੋ ਹਿਊਮਨ ਬੀਇੰਗ, ਤੇ ਪਰ ਹੁਣ ਉਹ ਦੇ ਆਰ ਟੇਕਿੰਗ ਬੋਲਡ ਡਿਸੀਜਨਸ। ਤੁਸੀਂ ਦੇਖੋ ਦਿੱਲੀ ਹਾਈ ਕੋਰਟ ਨੇ ਉੱਥੇ ਬੈਠ ਕੇ ਕੀਤੀਆਂ ਨੇ, ਸੁਪਰੀਮ ਕੋਰਟ ਵੀ ਹੁਣ ਕਿੰਨੇ ਹੀ ਫੈਸਲੇ ਇੰਨੇ ਅੱਛੇ ਦਿੱਤੇ ਆ ਉਹਨਾਂ ਨੇ ਕਿ ਕਮੈਂਡੇਬਲ ਜੌਬਸ। ਇਵਨ CGI ਆਲਸੋ ਸਪੋਕ ਸੋ ਮੈਨੀ ਟਾਈਮਸ ਅਬਾਊਟ the functionaries ਦਾ ਜਿਹੜੇ ਫੰਕਸ਼ਨਰੀਜ਼ ਹੈਗੇ ਸਟੇਟ ਦੇ ਆਪਣੀ ਯੂਨੀਅਨ ਦੇ, ਤੇ ਆਈ ਥਿੰਕ ਕਿ ਹੁਣ ਥਿੰਗਸ ਆਰ ਚੇਂਜਿੰਗ, ਮੈਨੂੰ ਤੇ ਇਦਾਂ ਲੱਗ ਰਿਹਾ ਜੀ। ਔਰ ਲਾਸਟ ਦੇ ਵਿੱਚ ਮੈਂ ਹਾਕਮ ਸਿੰਘ ਜੀ ਤੁਹਾਡੇ ਇਹ ਪੁੱਛਣਾ ਚਾਹੁੰਦਾ, ਕਿਉਂਕਿ ਜਿਹੜੇ ਕੇਸ ਦਿੱਲੀ ਦੇ ਵਿੱਚ ਬੜੇ ਸਾਰੇ ਕਿਸਾਨਾਂ ਦੇ ਉੱਤੇ ਹੋਏ 26 ਜਨਵਰੀ ਨੂੰ, ਉਹਨਾਂ ਦੇ ਨਾਲ ਤੁਸੀਂ ਡੀਪਲੀ ਇਨਵੋਲਵ ਰਹੇ, ਹੁਣ ਵੀ ਲੱਖਾ ਸਿਧਾਣਾ ਨੂੰ ਜਦੋਂ ਤੁਸੀਂ ਉਹਨੂੰ ਸ਼ਾਮਲ ਤਫਤੀਸ਼ ਜਿਹੜਾ ਉਹ ਕਰਵਾਇਆ ਉਹਦੇ ਵਿੱਚ ਵੀ ਜਿਹੜਾ ਉਹ ਰਹੇ। ਸੋ ਇਹ ਜਿੰਨੇ ਕੇਸ ਸੀਗੇ, ਤੁਹਾਨੂੰ ਇਹ ਲੱਗਦਾ ਹੈ ਕਿ ਇਹ ਠਹਿਰਨਗੇ ਅਦਾਲਤ ਦੇ ਵਿੱਚ, ਕਿਉਂਕਿ ਜ਼ਮਾਨਤਾਂ ਤਾਂ ਬਹੁਤਿਆਂ ਦੀਆਂ ਹੋ ਗਈਆਂ, ਜਾਂ ਉਹਨਾਂ ਕੋਲੇ ਸਫੀਸ਼ੀਐਂਟ ਐਵੀਡੈਂਸ ਕੋਈ ਹੈਗੇ ਆ ਜਿੰਨੇ ਉੱਥੇ ਲੋਕ ਗ੍ਰਿਫਤਾਰ ਕੀਤੇ ਗਏ ਸੀ? ਦੇਖੋ ਮੈਂ ਤੁਹਾਡੇ ਨਾਲ ਰੀਸੈਂਟਲੀ ਜਿਹੜੀ ਘਟਨਾ ਹੈ ਉਹਨੂੰ ਮੈਂ ਸ਼ੇਅਰ ਕਰਨਾ ਚਾਹਾਂਗਾ। ਜਦੋਂ ਲੱਖਾ ਸਿਧਾਣਾ ਦੀ ਜ਼ਮਾਨਤ ਉੱਤੇ ਸੁਣਵਾਈ ਹੋ ਰਹੀ ਸੀ ਕੋਰਟ ਦੇ ਵਿੱਚ, ਸ਼ਨੀਵਾਰ ਦੀ ਗੱਲ ਹੈ, ਐਸੇ ਸ਼ਨੀਵਾਰ ਦੀ, ਤਾਂ ਜਦੋਂ ਪੁਲਿਸ ਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਲੱਖਾ ਸਿਧਾਣਾ ਜਿਹੜਾ ਹੈ ਉਹ ਲਾਲ ਕਿਲ੍ਹਾ ਪਹੁੰਚਿਆ ਸੀਗਾ, ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਇਦਾਂ ਦਾ ਕੋਈ ਸਬੂਤ ਨਹੀਂ ਹੈਗਾ। ਲੇਕਿਨ ਜਦੋਂ ਅਪੋਜ਼ ਕਰ ਰਹੀ ਸੀਗੀ ਭੈਣ ਜੀ, ਤਾਂ ਬਹੁਤ ਸਾਡੇ ਰਿਸਪੈਕਟਡ ਸੀਨੀਅਰ ਕਾਉਂਸਲ ਨੇ, ਜਿਹੜੇ ਸਰਕਾਰੀ ਵਕੀਲ ਨੇ ਇੱਕ ਅਦਾਲਤਾਂ ਦੇ ਵਿੱਚ, ਉਹ ਵੀ ਝੂਠ ਬੋਲ ਦਿੰਦੇ ਨੇ। ਜਿੱਥੇ ਆਪਾਂ ਸਵਾਮੀ ਜੀ ਦੀ ਗੱਲ ਕੀਤੀ ਸੀਗੀ, ਸਵਾਮੀ ਜੀ ਦੀ ਗੱਲ ਦੇ ਵਿੱਚ ਵੀ ਇਹ ਸੀਗਾ ਕਿ ਜਦੋਂ ਇਹਨਾਂ ਦਾ ਮੈਡੀਕਲ ਲਾਇਆ ਗਿਆ ਉਦੋਂ ਵੀ ਝੂਠ ਤੇ ਝੂਠ ਸਰਕਾਰੀ ਵਕੀਲ ਬੋਲੀ ਗਏ, NIA ਦੇ ਵਕੀਲ ਬੋਲੀ ਗਏ ਕਿ ਹਾਲੇ ਤੱਕ ਸਾਨੂੰ ਇਹਨਾਂ ਦੇ ਮੈਡੀਕਲ ਦੇ ਉੱਤੇ ਡਾਊਟ ਹੈ। ਇੱਕ ਵਾਰੀ ਝੂਠ ਬੋਲ ਦਿੰਦੇ ਨੇ, ਝੂਠ ਬੋਲਣ ਦੇ ਨਾਲ ਡੇਟ ਅੱਗੇ ਪੈ ਜਾਂਦੀ ਹੈ, ਉਹ ਵਿਚਾਰਾ ਜਿਹੜਾ ਉਹ ਰੱਬ ਨੂੰ ਪਿਆਰਾ ਹੋ ਗਿਆ। ਇਹਨਾਂ ਦੀ ਅਥੈਂਟਿਸਿਟੀ ਜਿਹੜੀ ਹੈ ਨਾ ਉਹ ਡਿਸਾਈਡ ਹੋਣੀ ਚਾਹੀਦੀ ਹੈ। ਹੁਣ ਆਪਾਂ ਆਪਦੇ ਸਵਾਲ ਦੇ ਉੱਤੇ ਆਉਂਦੇ ਹਾਂ। ਜਦੋਂ ਅਦਾਲਤ ਨੇ, ਜੱਜ ਸਾਹਿਬ ਨੇ ਬੜੇ ਸਖਤ ਸ਼ਬਦਾਂ ਦੇ ਵਿੱਚ ਦਿੱਲੀ ਪੁਲਿਸ ਨੂੰ ਕਿਹਾ ਕਿ ਅਸੀਂ ਜਿਹੜੇ ਲੋਕ ਕਿਸਾਨ ਆਏ ਨੇ ਤੁਹਾਡੇ ਦਿੱਲੀ ਦੇ ਵਿੱਚ ਫਾਰਮਰ ਬਿਲਸ ਦੇ ਅਗੇਂਸਟ, ਅਸੀਂ ਇਹਨਾਂ ਨੂੰ ਜੇਲ੍ਹਾਂ ਭਰਨ ਦਾ ਕੰਮ ਨਹੀਂ ਕਰਨਾ ਕਿ ਤੁਸੀਂ ਚੱਕ ਕੇ ਕਹਿ ਦਿਓ ਕਿ 3300 ਬੰਦੇ ਜਿਹੜੇ ਤੁਸੀਂ 3000 ਦੇ ਕਰੀਬ ਜਿਹੜੇ ਬੰਦੇ ਨੇ ਲਾਲ ਕਿਲੇ ਵਾਲੀ ਜਿਹੜੀ FIR ਉਹਦੇ ਵਿੱਚ ਕੀਤੇ ਨੇ, ਅਸੀਂ ਏਦਾਂ ਜੇਲ੍ਹਾਂ ਨਹੀਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਭਰਨ ਦਾਂਗੇ। ਸੋ ਬੜਾ ਬੋਲਡ ਡਿਸੀਜਨ ਜਿਹੜਾ ਜੱਜ ਸਾਹਿਬ ਨੇ ਲਿਆ ਔਰ ਕਾਫੀ ਝਾੜ ਮਾਰੀ। ਔਰ ਇਦਾਂ ਦੀ ਅਗਰ ਜੱਜ ਨੇ ਜਾਂ ਇਦਾਂ ਦੇ ਕੋਰਟਸ ਨੇ, ਜਾਂ ਮਤਲਬ ਅਗਰ ਅਥੈਂਟਿਸਿਟੀ ਥੋੜੀ ਜੀ, ਜਾਂ ਜਿਹੜੇ ਉਹਨਾਂ ਦੇ ਸ਼ਬਦ ਬੋਲਦੇ ਨੇ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ, ਚਾਹੇ ਕਿਸੇ ਨੂੰ ਕੋਈ ਮੈਡੀਕਲ ਨੂੰ ਪੋਜ ਕਰਦੇ ਨੇ ਜਾਂ ਕਿਸੇ ਦੀ ਬੇਲ ਨੂੰ ਪੋਜ ਕਰਦੇ ਨੇ, ਅਗਰ ਇਹ ਸਾਰਾ ਕੁਝ ਥੋੜਾ ਜਿਹਾ ਸੰਤੁਲਨ ਦੇ ਵਿੱਚ ਹੋ ਜਾਏ ਤੇ ਜਿਹੜਾ ਕੰਸਟੀਟਿਊਸ਼ਨ ਜਿੰਦੇ ਪਿੱਛੇ, ਚਾਹੇ ਅੱਜ ਆਪਾਂ ਫਾਦਰ ਸਟੈਨ ਸਵਾਮੀ ਦੀ ਗੱਲ ਕਰ ਰਹੇ ਹਾਂ ਜਾਂ ਹੋਰ ਜਿਹੜੇ ਲੋਕ ਨੇ ਗੱਲ ਕਰ ਰਹੇ ਹਾਂ, ਜਿਹੜਾ ਉਹਨਾਂ ਦੇ ਹਿਸਾਬ ਨਾਲ ਜਿਹੜਾ ਕੰਸਟੀਟਿਊਸ਼ਨਲ ਜਿਹੜਾ ਆਪਣਾ ਸਮਾਜ ਹੈ ਉਹ ਉਸ ਤਰੀਕੇ ਨਾਲ ਉਹ ਚੱਲ ਸਕਦਾ। ਬਹੁਤ ਮਿਹਰਬਾਨੀ ਤੁਹਾਡੀ ਭੈਣ ਜੀ, ਤੁਹਾਡੀ ਹਾਕਮ ਸਿੰਘ ਜੀ, ਤੁਹਾਡੀ ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਹਾਕਮ I just want to clarify, there is a full bench of our high court, ਉਹ ਕਹਿੰਦੇ ਨੇ ਕਿ ਜਿਹੜਾ ਪਬਲਿਕ ਪ੍ਰੋਸੀਕਿਊਟਰ ਹੈ ਉਹ ਸਟੇਟ ਦਾ ਪ੍ਰੋਸੀਕਿਊਟਰ ਨਹੀਂ ਹੈ, ਹੀ ਇਜ਼ ਅ ਪਬਲਿਕ ਪ੍ਰੋਸੀਕਿਊਟਰ, ਕਿ ਉਹਨੂੰ ਓਨੈਸਟਲੀ ਕਰਨਾ ਚਾਹੀਦਾ। ਪਰ ਇਹ
ਜਿਹੜੀ ਕਾਫੀ ਜਗ੍ਹਾ ਅਸੀਂ ਦੇਖੀ ਹੈ ਹੁਣ ਮਿਸਿੰਗ ਹੋ ਰਹੀ ਹੈ, ਉਹ ਸੋਚਦੇ ਸਿਰਫ ਅਸੀਂ ਸਟੇਟ ਦੇ ਹੀ ਹਾਂ। ਦੇ ਆਰ ਪਬਲਿਕ ਪ੍ਰੋਸੀਕਿਊਟਰਸ, ਦੇ ਸ਼ੁਡ ਅੰਡਰਸਟੈਂਡ ਦਾ ਮੀਨਿੰਗ। ਬਿਲਕੁਲ ਬਿਲਕੁਲ, ਕੋਰਟਾਂ ਦੇ ਵਿੱਚ ਝੂਠ ਬੋਲ ਦਿੰਦੇ ਨੇ ਔਰ ਅਗਲੇ ਦੀ ਡੇਟ ਪੈ ਜਾਂਦੀ ਹੈ, ਇੰਨੇ ਚਿਰ ਦੇ ਵਿੱਚ ਉਹ ਜਿਹੜਾ ਇਹਨਾਂ ਦਾ ਮਕਸਦ ਵੀ ਹੁੰਦਾ ਹੈ। ਥੈਂਕ ਯੂ ਜੀ। ਹਾਂ, ਔਰ ਤੁਸੀਂ ਯੋਧੇ ਹੋ ਜੀ ਦੋਨੋਂ, ਔਰ ਇਦਾਂ ਹੀ ਜਿਹੜਾ ਲੜਦੇ ਰਹਿਣਾ। ਬਹੁਤ ਤੁਹਾਡੇ ਉੱਤੇ ਮਾਣ ਹੈ ਜੀ, ਔਰ ਮਤਲਬ ਕਿ ਅਸੀਂ ਸਾਡਾ ਸਿਰ ਆਪੇ ਉੱਚਾ ਹੋ ਜਾਂਦਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।